ਇਹਨਾਂ ਨੇ ਉਹ ਕਿਉਂ ਨਹੀਂ ਦਿਖਾਇਆ ਜਦ ਸਕੂਲ 'ਚ ਬੱਚੀਆਂ ਇੱਥੋਂ ਆ ਰਹੀਆਂ ਸੀਗੀਆਂ ਤੇ ਸਾਡੇ ਸਿੰਘਾਂ ਨੇ ਉਹਨਾਂ ਨੂੰ ਇੱਕਦਮ ਪ੍ਰੋਟੈਕਟ ਕਰਨ ਲਈ ਇੱਦਾਂ ਹੱਥ ਜੋੜ ਲਏ ਤਾਂ ਕਿ ਉਹ ਬੱਚੀਆਂ ਸੇਫਲੀ ਨਿਕਲ ਜਾਣ, ਬੱਚੀਆਂ ਨੂੰ ਕੁਝ ਨਹੀਂ ਹੋਏ। ਤੇ ਜੇ ਸਾਡੇ ਸਿੰਘਾਂ ਨੇ ਸ਼ੁਰੂਆਤ ਕੀਤੀ ਹੁੰਦੀ ਬੱਚੀਆਂ ਕਿੱਦਾਂ ਸੁਰੱਖਿਅਤ ਜਾਂਦੀਆਂ। ਇਹ ਵੀਡੀਓ ਮੇਰੇ ਕੋਲ ਹੈਗੀ, ਮੈਂ ਪਲੀਜ਼ ਤੁਹਾਨੂੰ ਕਲਿੱਪ ਦਊਂਗੀ, ਤੁਸੀਂ ਆਪਣੇ ਚੈਨਲ ਦੇ ਥਰੂ ਇਹ ਸ਼ੇਅਰ ਕਰਿਓ। ਇਹ ਚੀਜ਼ ਇਹ ਉਦੋਂ ਕਿਉਂ ਨਹੀਂ ਹੋਇਆ ਕਿ ਉਹ ਸਰਕਾਰ ਦੇ ਛੱਡੇ ਹੋਏ ਗੁੰਡੇ ਸੀਗੇ, ਜਿਹੜਾ ਪੁਲਿਸ ਨੂੰ ਵੀ ਨਹੀਂ ਪਤਾ, CID ਨੂੰ ਵੀ ਨਹੀਂ ਪਤਾ, ਪ੍ਰਸ਼ਾਸਨ ਨੂੰ ਵੀ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ, ਤੇ ਕਿਹਦੇ ਸੀਗੇ? ਸਰਕਾਰ ਨੇ ਆਪਣੇ ਗੁੰਡੇ ਭੇਜੇ ਸੀਗੇ। ਸਿੱਧੀ ਗੱਲ। और दोनों सरकारां, मैं बार बार किया है, RSS के 2 लाल, एक मोदी दूसरा केजरीवाल, एक ए दूजा बी, दोनों भरा, चोर चोर मुसेरे भरा। इन्होंने समझ नहीं आ रही कि ऑल्टरनेटिव की आ, ये की हो गया, ये इतना सिंह शांतमई क्यों बैठे ने, ਅਸੀਂ ਇਹਨਾਂ ਨੂੰ ਚਲੋ ਕੁਝ ਇਦਾਂ ਦੀ ਹਰਕਤ ਕਰੀਏ, ਬਦਨਾਮ ਕਰੀਏ, ਇਹਨਾਂ ਦੇ ਸਿਰ ਤੇ ਕੋਈ ਇਲਜ਼ਾਮ ਮੜੀਏ, ਇਹ ਉਹ ਚੀਜ਼ਾਂ ਹੋ ਰਹੀਆਂ ਨੇ। ਆਪਣੇ ਹੱਕਾਂ ਲਈ ਬੈਠੇ ਆ ਅਸੀਂ, ਕੋਈ ਚੋਰ ਡਕੈਤ ਨਹੀਂ ਆ, ਡਰਪੋਕ ਜਿਹੜੇ ਜਾ ਕੇ ਛੁਪ ਕੇ ਬਿੱਲ 'ਚ ਬੈਠੀਏ। ਜਦ ਸਰਕਾਰਾਂ ਡਰਦੀਆਂ ਨੇ, ਪੁਲਿਸ ਨੂੰ ਅੱਗੇ ਕਰਦੀਆਂ ਨੇ। ਉੱਠਣ ਵਾਲੇ ਹੁਣ ਹੈਗੇ ਨਹੀਂ ਅਸੀਂ, ਇਹ ਭੁੱਲ ਜਾਣੇ ਸਰਕਾਰਾਂ। ਤੇ ਜੇ ਸਾਡੇ ਹਿਮਾਇਤੀ ਨੇ, ਸਾਡਾ ਭਲਾ ਚਾਹੁੰਦੇ ਨੇ, ਸਾਡਾ ਅੱਛਾ ਚਾਹੁੰਦੇ ਨੇ, ਅਸੈਂਬਲੀ 'ਚ ਰੈਜ਼ੋਲੂਸ਼ਨ ਪਾਸ ਕਰੋ, ਬੰਦੀ ਸਿੰਘ ਰਿਹਾ ਹੁਣ, ਖਤਮ ਗੱਲ। ਝੂਠੀ ਤੇ ਬੇਈਮਾਨ ਡਰਪੋਕ ਸਰਕਾਰ ਆ। ਡਰਪੋਕ ਜਿਹੜਾ ਹੁੰਦਾ, ਜਿਹੜਾ ਡਰਦਾ, ਜਿਹੜਾ ਚੋਰ ਆ, ਉਹ ਪਿੱਛੋਂ ਅਟੈਕ ਕਰੂਗਾ, ਸਾਹਮਣੇ ਤੇ ਨਹੀਂ ਆਊਗਾ। ਉਹ ਪਰਚੇ ਕਿਉਂ ਪਾਏ ਨੇ? ਉਹ ਪਰਚੇ ਪਾਣਾ ਇਦਾਂ ਨਹੀਂ ਮਤਲਬ ਕਿ ਸਾਡਾ ਕੁਝ ਵਿਗਾੜ ਲੈਣਗੇ, ਨਾ, ਸਾਡੇ 'ਚ ਇੰਨੀ ਤਾਕਤ ਹੈਗੀ, ਅਸੀਂ ਇੰਨੇ ਪੜ੍ਹੇ ਲਿਖੇ ਹੈਗੇ ਆ। ਇੰਨੇ ਵਕਾਲਤ ਰੂਪ ਤੋਂ ਵੀ ਜਿਹੜੀ ਸਾਡੇ ਪਿੱਛੇ ਟੀਮ ਆ ਪੂਰੀ ਸਟਰੋਂਗ ਆ, ਅਸੀਂ ਪਰਚੇ ਨਿਬੇੜ ਲਾਂਗੇ ਇਹਨਾਂ ਦੇ, ਠੀਕ ਹੈ? ਕਿਉਂਕਿ ਇਹਨਾਂ ਕੋਲ ਜਾ ਕੇ ਐਂਡ ਆਫ ਦਾ ਡੇ ਕੋਈ ਪ੍ਰੂਫ ਹੀ ਨਹੀਂ ਹੋਣਾ ਦੇਣ ਲਈ। ਜੇ ਭਗਵੰਤ ਮਾਨ ਸਰਦਾਰ ਹੈ ਨਾ, ਆਪਣੇ ਆਪ ਨੂੰ ਸਿੰਘ ਕਹਿੰਦਾ, ਜੇ ਤੂੰ ਸਰਕਾਰਾਂ ਦਾ ਹਿਮਾਇਤ, ਸਾਡਾ ਸਿੱਖਾਂ ਦਾ ਹਿਮਾਇਤੀ ਆ ਨਾ, ਪਰਚੇ ਲੈ ਵਾਪਸ। ਤੂੰ ਕਹਿ ਕਿ ਜੀ ਕਰੋ ਅੰਦੋਲਨ, ਮੈਂ ਵੀ ਰੈਜ਼ੋਲੂਸ਼ਨ ਪਾਸ ਕਰਦਾ ਅਸੈਂਬਲੀ 'ਚ, ਕਿਸੇ ਦੇ ਪਰਚਾ ਨਹੀਂ ਹੋਊਗਾ, ਸਾਰਿਆਂ ਦੇ ਪਰਚੇ ਵਾਪਸ ਹੋਣਗੇ, ਤੇ ਅਸੀਂ ਹੁਣ ਬੇਰੂਪੀਆਂ ਨੂੰ ਧੁੱਪ ਲੱਭਾਂਗੇ ਕਿ ਉਹ ਗੁੰਡੇ ਬੇਰੂਪੀਏ ਕਿਹੜੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਰਿਤੂ ਸਿੰਘ, ਇਹ ਨਾਮ ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਇਦ ਪਹਿਲੇ ਹੀ ਦਿਨ ਤੋਂ ਸੁਣਦੇ ਆ ਰਹੇ ਹੋ, ਕਿਉਂਕਿ ਡਾਕਟਰ ਰਿਤੂ ਸਿੰਘ ਉਹ ਕੁੜੀ ਹੈ, ਜਾਂ ਕਹਿ ਲਓ ਕਿ ਉਹ ਸੂਰਮੀ ਵੀ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵੱਲੋਂ ਪਹਿਲੇ ਹੀ ਦਿਨ ਤੋਂ ਮੋਰਚੇ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ, ਸਾਥ ਦਿੱਤਾ ਜਾ ਰਿਹਾ। ਤੇ ਬਾਕੀ ਸਾਡੀਆਂ ਧੀਆਂ ਭੈਣਾਂ ਜੋ ਘਰਾਂ ਦੇ ਵਿੱਚ ਮੌਜੂਦ ਹੈ, ਸਾਡੀਆਂ ਮਾਵਾਂ ਜਿਨ੍ਹਾਂ ਦੇ ਹੌਸਲੇ ਨਹੀਂ ਹੁੰਦੇ ਇਸ ਮੋਰਚੇ ਦੇ ਵਿੱਚ ਆਉਣ ਵਾਸਤੇ, ਉਹਨਾਂ ਦੇ ਹੌਸਲੇ ਵਧਾਉਣ ਦੇ ਵਿੱਚ ਬਿਲਕੁਲ ਪਹਿਲੇ ਨੰਬਰ ਦੇ ਉੱਤੇ ਡਾਕਟਰ ਰਿਤੂ ਸਿੰਘ ਕੰਮ ਕਰਦੇ। ਆਪਣੇ ਨਾਲ ਅੱਜ ਫਿਰ ਤੋਂ ਰਿਤੂ ਸਿੰਘ ਮੌਜੂਦ ਹੈ, ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਫਤਿਹ ਬੁਲਾ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਤਾਂ ਡਾਕਟਰ ਰਿਤੂ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ 8 ਫਰਵਰੀ ਨੂੰ ਇੱਕ ਬਹੁਤ ਵੱਡਾ ਹਮਲਾ ਜੋ ਹੈ ਸਾਡੀ ਸਿੱਖ ਕੌਮ ਦੇ ਉੱਤੇ ਹੁੰਦਾ। ਧੀਆਂ ਭੈਣਾਂ ਦੇ ਪੱਥਰ ਮਾਰੇ ਜਾਂਦੇ ਹੈ, ਬੇਪੱਤੀ ਹੁੰਦੀ ਹੈ, ਸਾਡੇ ਸਿੰਘਾਂ ਦੇ ਉੱਤੇ ਜੋ ਨਾਮ ਸਿਮਰਨ ਕਰ ਰਹੇ ਹੁੰਦੇ ਉਹਨਾਂ ਦੇ ਉੱਤੇ ਡਾਂਗ ਸੋਟਾ ਵਰਾਇਆ ਜਾਂਦਾ, ਗੰਦੇ ਨਾਲੇ ਦੀਆਂ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂਦੀਆਂ। ਕਿਵੇਂ ਦੇਖਦੇ ਹੋ ਇਸ ਤਸ਼ੱਦਦ ਨੂੰ? ਜੀ ਇਹ ਤਾਂ ਉਹਨਾਂ ਦੀ ਤਰਫੋਂ, ਜਿੱਦਾਂ ਕਹਿੰਦੇ ਨੇ ਜਾਣ ਬੁੱਝ ਕੇ ਕਿਸੇ ਦੇ ਘਰ ਘੁਸਪੈਠ ਕਰਕੇ ਸ਼ਾਂਤਮਈ ਕੋਈ ਬੈਠਿਆ ਹੈ, ਆਤੰਕ ਮਚਾਣਾ, ਇਹ ਉਹਨਾਂ ਦੀ ਤਰਫੋਂ ਆ, ਠੀਕ ਹੈ? ਇਹ ਸਰਕਾਰ ਇਸ ਤਰਫੋਂ ਮੈਂ ਦੇਖਦੀ ਹਾਂ ਕਿ ਉਹ ਡਰਦੀ ਆ। ਜਦ ਤੁਸੀਂ ਡਰਦੇ ਹੋ ਨਾ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਬੁਖਲਾਟ 'ਚ ਕੀ ਕਰਨਾ। ਹੁਣ ਇਹਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਲਟਰਨੇਟਿਵ ਕੀ ਆ, ਇਹ ਕੀ ਹੋ ਗਿਆ, ਇਹ ਇतना ਸਿੰਘ ਸ਼ਾਂਤਮਈ ਕਿਉਂ ਬੈਠੇ ਨੇ, ਅਸੀਂ ਇਹਨਾਂ ਨੂੰ ਚਲੋ ਕੁਝ ਇਦਾਂ ਦੀ ਹਰਕਤ ਕਰੀਏ, ਬਦਨਾਮ ਕਰੀਏ, ਇਹਨਾਂ ਦੇ ਸਿਰ ਤੇ ਕੋਈ ਇਲਜ਼ਾਮ ਮੜੀਏ, ਇਹ ਉਹ ਚੀਜ਼ਾਂ ਹੋ ਰਹੀਆਂ ਨੇ। ਫਿਰ ਜਿੱਦਾਂ ਇੱਥੇ ਸਾਡੇ ਨਿਹੰਗ ਜਥੇਬੰਦੀਆਂ ਨੇ ਨਾ ਚਾਰੋਂ ਤਰਫ ਤੋਂ ਪੈਰਾ ਕੀਤਾ ਹੋਇਆ ਮੋਰਚੇ ਨੂੰ ਸਾਂਭਣ ਲਈ, ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਇੱਥੋਂ ਉਠਾਈਏ। ਨਿਹੰਗ ਬਾਬਾ ਜੀ ਜਿੱਦਾਂ ਰਾਜ ਸਿੰਘ ਜੀ ਦੇ ਘਰ ਪੁਲਿਸ ਗਈ, ਉਹਨਾਂ ਦੇ ਭਰਾ ਨੂੰ ਚੱਕ ਲਿਆ ਤਾਂ ਕਿ ਇਹਨਾਂ ਨੂੰ ਡਰਾਈਏ, ਡਰਾ ਪਾਈਏ ਇਹਨਾਂ ਦੇ ਮਨ 'ਚ, ਤਾਂ ਕਿ ਜਿਹੜਾ ਯੂਥ ਜਿਹੜਾ ਜੁੜਿਆ ਉਹ ਅੱਗੇ ਨਾ ਆਏ, ਉਹ ਨਾ ਲੜੇ, ਉਹਨਾਂ ਦੇ ਮਾਪਿਓ ਭੇਜਣ ਨਹੀਂ ਮੋਰਚੇ ਤੇ, ਉਹ ਡਰ ਜਾਣ, ਇਹਨਾਂ ਦੇ ਝੂਠੇ ਪਰਚੇ ਕੱਢ ਦਿਓ। ਇਹ ਇਹੋ ਜਿਹੀ ਗੰਦੀ ਰਾਜਨੀਤੀ ਦਾ ਹਿੱਸਾ ਨੇ, ਇਹ ਹੋ ਰਿਹਾ। ਸੋ ਸਿੰਪਲੀ ਇਹਦਾ ਇੱਕ ਹੀ ਕਨਕਲੂਜਨ ਹੈ, ਮੈਂ ਇਸੇ ਤਰ੍ਹਾਂ ਦੇਖਦੀ ਹਾਂ ਕਿ ਇਹ ਡਰ ਗਏ ਨੇ, ਇਹਨਾਂ ਦੇ ਪੈਰ ਹਿੱਲੇ ਪਏ ਨੇ, ਜ਼ਮੀਨ ਹਿੱਲੀ ਪਈ ਇਹਨਾਂ ਦੇ ਅੰਦਰੋਂ, ਤੇ ਇਹ ਉਸ ਜ਼ਮੀਨ ਦਾ ਰਿਜ਼ਲਟ ਸੀਗਾ ਜੋ 8 ਤਰੀਕ ਨੂੰ ਹੋਇਆ। ਜੀ, ਸਿੰਘਾਂ ਦੀ ਪਿੱਠ ਪਿੱਛੇ ਇੱਕ ਵਾਰ ਫਿਰ ਤੋਂ ਵਾਰ ਹੋ ਜਾਂਦਾ ਹੈ। 84 ਦੇ ਦੰਗੇ ਫਿਰ ਤੋਂ ਰਿਪੀਟ ਹੋ ਜਾਂਦੇ ਹੈ। ਜੋ ਚੰਡੀਗੜ੍ਹ ਪ੍ਰਸ਼ਾਸਨ ਆ ਉਹਨਾਂ ਦੇ ਵੱਲੋਂ ਕੰਧਾਂ ਦੇ ਪਿੱਛੇ ਲੁੱਕ ਕੇ ਪੱਥਰਬਾਜ਼ੀ ਕੀਤੀ ਜਾਂਦੀ ਹੈ, ਤੇ ਜੋ ਚੀਜ਼ ਕੈਮਰਿਆਂ ਦੇ ਵਿੱਚ ਰਿਕਾਰਡ ਹੁੰਦੀ ਹੈ ਉਹ ਇਹ ਚੀਜ਼ ਹੁੰਦੀ ਹੈ ਕਿ ਪਹਿਲਾ ਵਾਰ ਸਿੰਘਾਂ ਦੇ ਵੱਲੋਂ ਕੀਤਾ ਗਿਆ, ਜਦ ਕਿ ਜੀ ਇਹ ਚੀਜ਼ ਦੁਹਰਾਈ ਜਾਂਦੀ ਹੈ ਕਿ ਬਿਲਕੁਲ ਵੀ ਜਿੱਦਾਂ ਕਹਿੰਦੇ ਕਿ ਫਿਰ ਤੋਂ ਸਿੰਘਾਂ ਦੀ ਪਿੱਠ ਪਿੱਛੇ ਵਾਰ ਕੀਤਾ ਜਾਂਦਾ। ਇਹ ਕੁਝ ਹੁੰਦਾ, ਕਿਵੇਂ ਦੇਖਦੇ ਹੋ ਕਿ ਹਰ ਵਾਰ ਪਿੱਠ ਪਿੱਛੇ ਹੀ ਕਿਉਂ ਵਾਰ ਹੁੰਦੇ? तो चोर की करेगा, हिम्मत वाला सामने आऊगा ना।
ਡਾਕੂ ਕੀ ਕਰੇਗਾ? ਡਾਕੂ ਚੋਰ ਦੀ ਹਿੰਮਤ ਹੈਗੀ ਪਿੱਛੋਂ ਸਾਹਮਣੇ ਆ ਕੇ ਖੜੇ ਹੋਣ ਦੀ? ਇਹ ਤਾਂ ਚੋਰ ਨੇ, ਇਹਨਾਂ ਨੇ ਤਾਂ ਸਭ ਕੁਝ ਲੁੱਟ ਲਿਆ। ਡਰਪੋਕ ਨੇ ਚੋਰ, ਡਰਪੋਕ ਡਾਕੂ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ। ਜਿਹੜਾ ਕੋਈ ਹਿੰਮਤ ਵਾਲਾ, ਅਸੀਂ ਖੜੇ ਆ ਨਾ ਸਾਹਮਣੇ ਪੀਸਫੁਲ ਤਰੀਕੇ ਨਾਲ, ਕੌਨਸਟੀਟਿਊਸ਼ਨ ਕਹਿੰਦਾ ਪੀਸਫੁਲ ਪ੍ਰੋਟੈਸਟ ਕਰੋ, ਤੁਹਾਡਾ ਰਾਈਟ ਆ ਕੌਨਸਟੀਟਿਊਸ਼ਨਲ। ਅਸੀਂ ਕੀ ਕਰ ਰਹੇ ਹਾਂ? ਅਬਾਈਡ ਬਾਈ ਦ ਲਾਅ ਤੇ ਆਪਣਾ ਅਧਿਕਾਰ ਮੰਗ ਰਹੇ ਹਾਂ ਲਾਅ ਦੇ ਵਿੱਚ ਰਹਿ ਕੇ। ਫਿਰ ਚੋਰ ਕੀ ਕਰਦੇ ਨੇ? ਔਰ ਮੈਂ ਬਾਰ-ਬਾਰ ਇਹ ਚੀਜ਼ ਕਹਿ ਰਹੀ ਹਾਂ, ਪਹਿਲ ਇਹਨਾਂ ਦੀ ਤਰਫੋਂ ਹੋਈ ਹੈ। ਜੇ ਪਹਿਲ ਸਾਡੀ ਤਰਫੋਂ ਹੋਣੀ ਹੁੰਦੀ 26 ਨੂੰ ਕਿਉਂ ਨਹੀਂ ਹੋਈ? ਜੇ ਪਹਿਲ ਸਾਡੀ ਤਰਫੋਂ ਹੋਣੀ ਹੁੰਦੀ ਅਸੀਂ ਇੱਥੇ ਸ਼ਾਂਤਮਈ ਕਿਉਂ ਬੈਠੇ ਹਾਂ? ਕਿਉਂ ਆ ਕੇ ਬੈਠੇ, ਕਿਉਂ ਖੜੇ ਆ? ਤੁਸੀਂ ਖੜੇ ਹੋ ਨਾ ਸੇਫ। ਤੁਸੀਂ ਮੇਰੀ ਇੰਟਰੋਡਕਸ਼ਨ 'ਚ ਕਿਹਾ ਕਿ ਤੁਸੀਂ ਪਹਿਲੇ ਦਿਨ ਤੋਂ ਇਸ ਮੋਰਚੇ ਤੇ ਹੋ। ਮੈਂ ਜੇ ਪਹਿਲੇ ਦਿਨ ਤੋਂ ਇਸ ਮੋਰਚੇ ਤੇ ਆ, ਭੈਣ ਜੀ ਤੁਸੀਂ ਵੀ ਪਹਿਲੇ ਦਿਨ ਤੋਂ ਇਸ ਮੋਰਚੇ ਤੇ ਹੋ, ਤੁਹਾਡਾ ਵੀ ਯੋਗਦਾਨ ਉਨਾ ਹੀ ਆ। ਤੇ ਮੈਂ ਤੁਹਾਨੂੰ ਕੁਝ ਨਹੀਂ ਹੋਇਆ, ਮੈਨੂੰ ਕੁਝ ਨਹੀਂ ਹੋਇਆ। ਕਿਉਂ? ਕਿਉਂਕਿ ਸਾਡੇ ਇੱਥੇ ਨਾ ਸਾਡੇ ਸੂਰਮੇ ਸਾਨੂੰ ਪ੍ਰੋਟੈਕਟ ਕਰਨ ਲਈ ਬੈਠੇ ਆ, ਆਪਸ 'ਚ ਪਿਆਰ ਆ, ਆਪਣੇ ਹੱਕਾਂ ਲਈ ਬੈਠੇ ਆ। ਅਸੀਂ ਕੋਈ ਚੋਰ ਡਕੈਤ ਨਹੀਂ ਆ, ਡਰਪੋਕ ਜਿਹੜੇ ਜਾ ਕੇ ਛੁਪ ਕੇ ਬਿੱਲ 'ਚ ਬੈਠੀਏ। ਇਹਨਾਂ ਨੇ ਪਥਰਾਵ ਕੀਤਾ। ਔਰ ਜਿੰਨਾ ਵੀ ਮੀਡੀਆ ਇੱਥੋਂ ਤੁਹਾਡੀ ਵਿਊਅਰਸ਼ਿਪ ਦੇਖ ਰਹੀ ਹੈ, ਜੋ ਵੀ ਆਲੇ ਦੁਆਲੇ ਦੇ, ਮੈਂ ਬਾਰ-ਬਾਰ ਹਰ ਇੱਕ ਪ੍ਰੈਸ ਨੂੰ ਐਡਰੈਸ ਕਰਦੇ ਹੋਏ ਕਹਿ ਰਹੀ ਹਾਂ, ਸ਼ੁਰੂਆਤ ਇਹਨਾਂ ਦੀ ਤਰਫੋਂ ਹੋਈ। ਇਹਨਾਂ ਨੇ ਗੁੰਡਾਗਰਦੀ ਤੇ ਦਿਖਾਤੀ ਜਦ ਆਪਣੇ ਸੈਲਫ ਡਿਫੈਂਸ 'ਚ ਤੁਸੀਂ ਕੀਤਾ। ਇਹਨਾਂ ਨੇ ਉਹ ਕਿਉਂ ਨਹੀਂ ਦਿਖਾਇਆ ਜਦ ਸਕੂਲ 'ਚ ਬੱਚੀਆਂ ਇੱਥੋਂ ਆ ਰਹੀਆਂ ਸੀਗੀਆਂ ਤੇ ਸਾਡੇ ਸਿੰਘਾਂ ਨੇ ਉਹਨਾਂ ਨੂੰ ਇੱਕਦਮ ਪ੍ਰੋਟੈਕਟ ਕਰਨ ਲਈ ਇੱਦਾਂ ਹੱਥ ਜੋੜ ਲਏ ਤਾਂ ਕਿ ਉਹ ਬੱਚੀਆਂ ਸੇਫਲੀ ਨਿਕਲ ਜਾਣ, ਬੱਚੀਆਂ ਨੂੰ ਕੁਝ ਨਹੀਂ ਹੋਏ। ਤੇ ਜੇ ਸਾਡੇ ਸਿੰਘਾਂ ਨੇ ਸ਼ੁਰੂਆਤ ਕੀਤੀ ਹੁੰਦੀ, ਬੱਚੀਆਂ ਕਿੱਦਾਂ ਸੁਰੱਖਿਅਤ ਜਾਂਦੀਆਂ? ਇਹ ਵੀਡੀਓ ਮੇਰੇ ਕੋਲ ਹੈਗੀ ਹੈ, ਮੈਂ ਪਲੀਜ਼ ਤੁਹਾਨੂੰ ਕਲਿੱਪ ਦਊਂਗੀ, ਤੁਸੀਂ ਆਪਣੇ ਚੈਨਲ ਦੇ ਥਰੂ ਇਹ ਸ਼ੇਅਰ ਕਰਿਓ। ਇਹ ਚੀਜ਼ ਇਹ ਉਦੋਂ ਕਿਉਂ ਨਹੀਂ ਹੋਇਆ? ਉਦੋਂ ਨਹੀਂ ਤੁਸੀਂ ਸੱਚਾਈ ਤਾਂ ਦੱਸਦੇ ਨਹੀਂ, ਤੁਸੀਂ ਸਾਡੇ ਸਿੰਘਾਂ ਦਾ ਅਸਲੀ ਚਿਹਰਾ ਤਾਂ ਦੱਸਦੇ ਨਹੀਂ ਸਾਡੇ ਲੋਕਾਂ ਦਾ। ਇੱਥੇ ਤੁਸੀਂ ਜਿਹੜੀ ਗਲਤ ਚੀਜ਼, ਜੋ ਤੁਸੀਂ ਪਥਰਾਵ ਇੱਥੇ ਛੁਪ ਕੇ ਜਿਹੜੇ ਪੱਥਰ ਮਾਰਦੇ ਸੀਗੇ, ਉਹਨਾਂ ਨੇ ਉਹ ਇਹਨਾਂ ਜਿੱਦਾਂ ਕਹਿੰਦੇ ਨਾ, आज के दौर में जीने का अधिकार सिर्फ उसको ही है जो इस तरफ का दिखता रहे और उधर का हो जाए। ਤੁਹਾਡੇ ਪਹਿਨਾਵੇ 'ਚ ਹੀ ਇਹਨਾਂ ਦੇ ਪਹਿਰੂਪੀਏ ਛਿਪੇ ਹੋਏ ਨੇ, ਇਸ ਕਰਕੇ ਉਹਨਾਂ ਪਹਿਰੂਪੀਆਂ ਨੂੰ ਪਛਾਣਨ ਦੀ ਲੋੜ ਹੈਗੀ ਆ। ਇਹਨਾਂ ਦੇ ਪਹਿਰੂਪੀਏ ਆ ਕਰ ਮਾਹੌਲ ਖਰਾਬ ਕਰਦੇ ਨੇ ਕਿਉਂਕਿ ਇਹਨਾਂ ਤੋਂ ਹਜਮ ਨਹੀਂ ਹੋ ਰਹੀ ਇਹ ਗੱਲ। 1 ਮਹੀਨਾ ਹੋ ਗਿਆ ਇਹਨਾਂ ਨੂੰ ਲੱਗਿਆ ਸੀ ਭਜਾ ਦੇਵਾਂਗੇ, 1 ਮਹੀਨੇ ਅੰਦਰ ਇਹੋ ਜਿਹੀ ਹਰਕਤ ਕਰਕੇ ਇਹਨਾਂ ਨੂੰ ਇਹ ਜਾਣਬੁੱਝ ਕੇ ਸਾਡੇ ਲੋਕਾਂ ਨੂੰ ਐਕਸਾਈਟ ਕਰਦੇ ਨੇ ਤਾਂ ਕਿ ਇਹ ਆਪਣਾ ਮੈਂਟਲ ਜਿਹੜਾ ਕਾਮ ਹੈ ਉਹਨਾਂ ਨੂੰ ਲੂਜ਼ ਕਰੇ ਤੇ ਇਹੋ ਜਿਹੀ ਹਰਕਤ ਕਰਨ। ਸੋ ਇਹਨਾਂ ਦੀ ਇਹੋ ਜਿਹੀ ਹਰਕਤਾਂ ਤੋਂ ਬਾਜ਼ ਆਉਣਾ ਜੇ। ਮੈਂ ਬਾਰ-ਬਾਰ ਪ੍ਰੋਟੈਸਟਰਸ ਨੂੰ ਵੀ ਇਹੀ ਕਹਿੰਦੀ ਹਾਂ, ਯੂਥ ਨੂੰ ਵੀ, ਬਾਬਿਆਂ ਨੂੰ ਵੀ, ਪਲੀਜ਼ ਆਪਾਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨਾ ਹੈ ਕਿਉਂਕਿ ਜਦ ਸਰਕਾਰਾਂ ਡਰਦੀਆਂ ਨੇ, ਪੁਲਿਸ ਨੂੰ ਅੱਗੇ ਕਰਦੀਆਂ ਨੇ। ਇਹਨਾਂ ਕੋਲ ਸਿਰਫ ਪਾਲਿਸੀ ਹੈ ਨਾ, ਉਹੀ ਹੈ ਇੱਕ ਆਲਟਰਨੇਟਿਵ। ਅਸੀਂ ਕੁਝ ਕਰਨਾ ਹੀ ਨਹੀਂ, ਕਰ ਲਓ ਤੁਸੀਂ ਜੋ ਕਰਨਾ। ਅਸੀਂ ਇੱਕ ਕੰਮ ਕਰਨਾ, ਵੱਧ ਤੋਂ ਵੱਧ ਚੜ ਕੇ ਵੱਧ ਤੋਂ ਵੱਧ ਗਿਣਤੀ ਇੱਥੇ ਲਿਆਉਣੀ ਆ। ਸਾਡੀ ਕੋਈ ਅੰਡਰ ਟੇਬਲ ਟਾਕ ਨਹੀਂ ਹੋਏਗੀ, ਸਾਡੀ ਕੋਈ ਬੰਦ ਕਮਰੇ 'ਚ ਕੰਮ ਨਹੀਂ ਹੋਏਗਾ। ਜੋ ਹੋਏਗਾ ਸਾਰਿਆਂ ਸਾਹਮਣੇ, ਕਿਉਂਕਿ ਯੂਥ ਵੀ ਇਸ ਮੋਰਚੇ ਦੀ ਅਗਵਾਈ ਵਿੱਚ ਬੈਠਿਆ ਹੈ। ਜੋ ਹੋਏਗਾ ਸਟੇਜ ਤੇ ਹੋਏਗਾ, ਸਾਹਮਣੇ ਹੋਏਗਾ ਸਾਰਿਆਂ ਦੇ। ਤੇ ਜਦ ਸਾਹਮਣੇ ਹੋਏਗਾ, ਪਿੱਛੋਂ ਕੋਈ ਗੱਲ ਹੀ ਨਹੀਂ ਕਰਨੀ, ਫਿਰ ਅਸੀਂ ਕਿਉਂ ਡਰੀਏ, ਕਿਉਂ ਪਿੱਛੇ ਹਟੀਏ। ਔਰ ਜਿਹੜੀਆਂ 4 ਦਿਨ ਪਹਿਲੇ ਇੱਥੇ ਚੀਜ਼ਾਂ ਹੋਈਆਂ, ਜੋ ਹਮਲੇ ਹੋਏ, ਮਾਈਕ ਦੇ ਵਿਊਅਰਸ਼ਿਪ ਜਿਹੜੀ ਤੁਹਾਡੀ ਦੇਖ ਰਹੀ ਉਹਨਾਂ ਨੂੰ ਮੈਂ ਕਹਿ ਦੇਣਾ ਚਾਹੁੰਦੀ ਹਾਂ, ਡੰਕੇ ਦੀ ਚੋਟ ਤੇ ਕਹਿੰਦੀ ਹਾਂ, ਸਾਰੇ ਪਰਚੇ ਵਾਪਸ ਹੋਣਗੇ, ਸਰਕਾਰ ਨੂੰ ਕਰਨੇ ਪੈਣਗੇ। ਅਸੀਂ ਇੰਨਾ ਮਜਬੂਰ ਕਰ ਦਾਂਗੇ ਕਿ ਜਿਹੜੇ ਵੀ ਯੂਥ ਤੇ ਝੂਠੇ ਪਰਚੇ ਕੀਤੇ ਨੇ ਉਹ ਸਾਰੇ ਪਰਚੇ ਵਾਪਸ ਹੋਣਗੇ। ਸਾਡੇ ਕੋਲ ਪੂਰੀ ਵਕੀਲਾਂ ਦੀ ਫੌਜ ਤਿਆਰ ਹੈ। ਜੇ ਤੁਸੀਂ ਸੁਧਰੇ ਨਹੀਂ, ਕਾਊਂਟਰ ਅਸੀਂ ਪਰਚੇ ਪਾਣੇ ਤੁਹਾਡੇ ਤੇ, ਕਿਉਂਕਿ ਸਾਡੇ ਕੋਲ ਵੀ ਪੂਰੀਆਂ ਪ੍ਰੂਫਸ ਨੇ। ਸਾਡੇ ਕੋਲ ਮੈਂ ਵੀਡੀਓਜ਼ ਦੇਖੀਆਂ ਆਪਣੀ ਅੱਖਾਂ ਨਾਲ, ਕੌਣ ਧੱਕਾ ਕਰ ਰਿਹਾ ਸੀ, ਕੌਣ ਬੇਈਮਾਨੀ ਕਰ ਰਿਹਾ ਸੀ। ਤੁਸੀਂ ਝੂਠ ਦਿਖਾਤਾ, ਤੁਸੀਂ ਇਹ ਦਿਖਾਤਾ ਕਿ ਇਹ ਤੇ ਆਤੰਕ ਮਾਹੌਲ ਇਹਨਾਂ ਨੇ ਮਚਾਤਾ। ਹਰ ਵਾਰ ਤੁਸੀਂ ਕਿਉਂ ਤੰਗ ਕਰਦੇ ਹੋ? ਕਿਉਂ ਤੁਸੀਂ ਇਸ ਪ੍ਰੋਟੈਸਟ ਨੂੰ ਪੀਸਫੁਲ ਤਰੀਕੇ ਨਾਲ ਰਹਿਣ ਨਹੀਂ ਦਿੰਦੇ? ਹਰ ਵਾਰੀ ਤੁਸੀਂ ਆ ਕੇ ਆਪਣੇ ਕੁਝ ਪੇਟੀਆਂ ਛੱਡਦੇ ਹੋ ਔਰ ਬੇਈਮਾਨੀ ਕਰਕੇ ਸਾਡਾ ਕੰਮ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ। ਉਹ ਹੋਣਾ ਨਹੀਂ ਜੇ, ਇਹ ਤੁਸੀਂ ਭੁੱਲ ਜਾਓ। ਅਸੀਂ ਉੱਠਾਂਗੇ, ਉੱਠਣ ਵਾਲੇ ਹੁਣ ਹੈਗੇ ਨਹੀਂ ਅਸੀਂ, ਇਹ ਭੁੱਲ ਜਾਣੇ ਸਰਕਾਰਾਂ। ਤੇ ਜੇ ਸਾਡੇ ਹਿਮਾਇਤੀ ਨੇ, ਸਾਡਾ ਭਲਾ ਚਾਹੁੰਦੇ ਨੇ, ਸਾਡਾ ਅੱਛਾ ਚਾਹੁੰਦੇ ਨੇ, ਅਸੈਂਬਲੀ 'ਚ ਰੈਜ਼ੋਲੂਸ਼ਨ ਪਾਸ ਕਰੋ, ਬੰਦੀ ਸਿੰਘ ਰਿਹਾ ਹੁਣ, ਖਤਮ ਗੱਲ ਜੀ। 10,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਸਿੰਘਾਂ ਦੀ ਪਹਿਚਾਣ ਵਾਸਤੇ, ਉਸ ਨੂੰ ਕਿਵੇਂ ਦੇਖਦੇ ਹੋ? ਅੱਛਾ, ਉਸ ਚੋਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਸਾਡਾ ਸਿੰਘ ਉਸ ਦਿਨ ਰਾਜਸਥਾਨ ਸੀਗਾ, ਉਹ ਇੱਥੇ ਸੀਗਾ ਵੀ ਨਹੀਂ ਮੋਰਚੇ ਤੇ, ਪਰਚਾ ਛਾਪਿਆ ਅਖਬਾਰ 'ਚ ਉਹਦੀ ਫੋਟੋ ਦਾ। ਇਸ ਚੋਰੀ ਤੇ ਕਿੰਨਾ ਇਨਾਮ ਦੋਗੇ ਤੁਸੀਂ? ਅਸੀਂ ਇਹਨਾਂ ਦੇ 10,000 ਦੇ ਪਿੱਛੇ ਆਪਣੇ ਆਪ ਨੂੰ ਵੇਚ ਦਾਂਗੇ ਹੈ? ਇਹ ਅਸੀਂ ਸੌਦੇ ਲਾਵਾਂਗੇ? ਤੇ ਇਹ ਸੋਚੋ ਤੁਸੀਂ ਕਿ ਉਸ ਚੀਜ਼ ਨੂੰ ਤੁਸੀਂ ਕਿੰਨਾ ਦੇਖਦੇ ਹੋ, ਉਹਦੇ ਤੇ ਕਿੰਨਾ ਇਨਾਮ ਹੋਣਾ। ਜਿਹੜਾ ਸਿੰਘ ਇੰਨੀ ਦੂਰ 300 ਕਿਲੋਮੀਟਰ ਦੂਰ ਕਿੱਥੇ ਰਾਜਸਥਾਨ ਤੇ ਬੈਠਿਆ ਹੈ ਤੇ ਇਹਨਾਂ ਨੇ 8 ਤਰੀਕ ਦਾ ਇਲਜ਼ਾਮ ਉਹਦੇ ਸਿਰ ਤੇ ਮਰਤਾ ਕਿ ਉਹ ਇੱਥੇ ਹੀਗਾ। ਸਾਡੇ ਕੋਲ ਵੀ ਸਾਰੇ ਪ੍ਰੂਫ ਨੇ, ਸਾਡੀ ਵੀ ਪੂਰੀ ਤਿਆਰੀ ਨੇ। ਬਾਪੂ ਜੀ ਹੋਰੀ ਜੋ ਨੇ ਮੀਟਿੰਗ ਕਰ ਰਹੇ ਸੀ,
ਭਾਈ ਬਲਵਿੰਦਰ ਸਿੰਘ ਹੋਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀ, ਦਲਸ਼ੇਰ ਸਿੰਘ ਵਕੀਲ ਸਾਹਿਬ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀ। ਉਹਨਾਂ ਦੇ ਉੱਤੇ ਵੀ ਪਰਚੇ ਪਾਏ ਗਏ, ਬਿਲਕੁਲ ਬੇਬੁਨਿਆਦ ਨਹੀਂ ਲੱਗਦੇ ਪਰਚੇ? ਬਿਲਕੁਲ ਜੀ, ਮੈਂ ਤੁਹਾਨੂੰ ਪਹਿਲੇ ਹੀ ਕਹਿਤਾ, ਝੂਠੀ ਤੇ ਬੇਈਮਾਨ ਡਰਪੋਕ ਸਰਕਾਰ ਆ। ਡਰਪੋਕ ਜਿਹੜਾ ਹੁੰਦਾ, ਜਿਹੜਾ ਡਰਦਾ, ਜਿਹੜਾ ਚੋਰ ਆ, ਉਹ ਪਿੱਛੋਂ ਅਟੈਕ ਕਰੂਗਾ, ਸਾਹਮਣੇ ਤੇ ਨਹੀਂ ਆਊਗਾ। ਉਹ ਪਰਚੇ ਕਿਉਂ ਪਾਏ ਨੇ? ਉਹ ਪਰਚੇ ਪਾਣਾ ਇਦਾਂ ਨਹੀਂ ਮਤਲਬ ਕਿ ਸਾਡਾ ਕੁਝ ਵਿਗਾੜ ਲੈਣਗੇ, ਨਾ ਨਾ ਨਾ, ਸਾਡੇ 'ਚ ਇੰਨੀ ਤਾਕਤ ਹੈਗੀ, ਅਸੀਂ ਇੰਨੇ ਪੜ੍ਹੇ ਲਿਖੇ ਹੈਗੇ ਆ, ਇੰਨੇ ਵਕਾਲਤ ਰੂਪ ਤੋਂ ਵੀ ਜਿਹੜੀ ਸਾਡੇ ਪਿੱਛੇ ਟੀਮ ਆ ਪੂਰੀ ਸਟਰੋਂਗ ਆ, ਅਸੀਂ ਪਰਚੇ ਨਿਬੇੜ ਲਾਂਗੇ ਇਹਨਾਂ ਦੇ, ਠੀਕ ਹੈ, ਕਿਉਂਕਿ ਇਹਨਾਂ ਕੋਲ ਜਾ ਕੇ ਐਂਡ ਆਫ ਦਾ ਡੇ ਕੋਈ ਪ੍ਰੂਫ ਹੀ ਨਹੀਂ ਹੋਣਾ ਦੇਣ ਲਈ। ਬਟ ਸਿਰਫ ਡਰਾ ਪਾਣਾ ਤਾਂ ਕਿ ਜਿਹੜਾ ਯੂਥ ਇੱਥੇ ਅੱਗੇ ਆ ਗਿਆ ਨਾ ਹਿੰਮਤ ਕਰਕੇ, ਇਹਨਾਂ ਜਜ਼ਬੇ ਨਾਲ, ਉਹ ਗਲਤ ਰਸਤੇ ਨਹੀਂ ਜਾ ਰਿਹਾ। ਇਹਨਾਂ ਦੇ ਇਹ ਤੇ ਚਾਹੁੰਦੇ ਯੂਥ ਨਸ਼ੇ ਕਰੇ, ਜਾ ਕੇ ਖਤਮ ਹੋ ਸਾਰਾ ਚੀਜ਼ਾਂ, ਤੇ ਇਹ ਜਾ ਕੇ ਕੁਰਸੀ ਸਾਂਭੀ ਬੈਠਣ। ਉਹ ਯੂਥ ਹੋਸ਼ ਨਾਲ ਜੋਸ਼ 'ਚ ਆ ਕੇ ਗੱਲ ਕਿੱਦਾਂ ਕਰ ਰਿਹਾ ਆਪਣੇ ਹੱਕਾਂ ਦੀ। ਇਹ ਪਰਚੇ ਇਸ ਕਰਕੇ ਪਾਏ ਜਾ ਰਹੇ ਤਾਂ ਕਿ ਉਹ ਯੂਥ ਡਰ ਜਾਏ, ਉਹ ਘਰੋਂ ਬਾਹਰ ਨਾ ਨਿਕਲੇ। ਮਾਵਾਂ ਡਰ ਕੇ ਆਪਣੇ ਬੱਚਿਆਂ ਨੂੰ ਅੰਦਰ ਬਿਠਾ ਲੈਣ ਕਿ ਉੱਥੇ ਨਹੀਂ ਜਾਣਾ, ਉੱਥੇ ਤੇ ਇਹ ਮਾਹੌਲ ਆ, ਇਹ ਉਹ ਸੀਨ ਆ। ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਹੀ ਹਾਂ ਨਾ, ਜ਼ਿੰਮੇਵਾਰੀ ਕਿਹਦੀ ਆ? ਸਾਡੀ। ਉਹ ਇਹ ਜ਼ਿੰਮੇਵਾਰੀ ਆ ਕਿ ਇਸ ਅੰਦੋਲਨ ਨੂੰ ਜਿੰਨਾ ਸ਼ਾਂਤਮਈ ਪੀਸਫੁਲ ਤਰੀਕੇ ਨਾਲ ਰੱਖਿਆ ਜਾਏ ਓਨਾ ਬਿਹਤਰ ਹੈ। ਦੂਜਾ, ਇੱਕ ਰੈਜ਼ੋਲੂਸ਼ਨ ਜਿੱਦਾਂ ਅਸੀਂ ਕਿਹਾ ਕਿ ਪਾਸ ਕਰੋ ਕਿ ਇੱਕ ਯੂਨੀਫਾਰਮ ਹੋਵੇ ਜਿਹਦੇ 'ਚ ਸਾਨੂੰ ਆਪਣੇ ਲੋਕਾਂ ਦੀ ਪਛਾਣ ਹੋਵੇ। ਇੱਕ ਰਜਿਸਟਰ ਸਾਰਾ ਪ੍ਰੋਸੈਸ ਚੱਲ ਰਿਹਾ, ਦੈਟ ਆਈ ਡੋਂਟ ਵਾਂਟ ਟੂ ਡਿਸਕਲੋਜ਼ ਹੇਅਰ। ਆਈ ਥਿੰਕ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਦੇ ਵਿਲ ਡਿਸਕਲੋਜ਼, ਬਟ ਵੀ ਆਰ ਡੂਇੰਗ ਐਵਰੀਥਿੰਗ ਪੋਸੀਬਲ ਤਾਂ ਕਿ ਇਹਨਾਂ ਦੇ ਜਿਹੜੇ ਗੁੰਡੇ ਹੈਗੇ ਸਾਡੇ ਵਿੱਚ ਆ ਕੇ ਇਹਨਾਂ ਦੇ ਪਹਿਰੂਪੀਏ ਸਾਡਾ ਆਪਣਾ ਪੇਸ ਸਾਡੇ ਵਿੱਚ ਲੈ ਕੇ ਉਹ ਚੀਜ਼ ਨਾ ਕਰਨ ਜੀ। ਜਦੋਂ ਪੱਥਰਬਾਜ਼ੀ ਹੁੰਦੀ ਹੈ ਨਾਮ ਸਿਮਰਨ ਕਰਦੇ ਸਿੰਘਾਂ ਦੇ ਉੱਤੇ, ਉਸ ਤੋਂ ਬਾਅਦ ਜਿਹੜੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂਦੀਆਂ, ਤੇ ਜਦੋਂ ਮੀਡੀਆ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਗੰਦੇ ਪਾਣੀ ਦੀਆਂ ਵਿਛਾੜਾਂ ਜੀ ਤਾਂ ਜਦੋਂ ਮੀਡੀਆ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਜਾਂਦਾ ਕਿ ਤੁਸੀਂ ਕਿਸ ਬੇਸ ਦੇ ਉੱਤੇ ਇਹ ਸਭ ਕੁਝ ਕੀਤਾ ਹੈ, ਤਾਂ ਉਹਨਾਂ ਦਾ ਇੱਕ ਜਵਾਬ ਆਉਂਦਾ ਹੈ ਕਿ ਸਾਨੂੰ ਨਹੀਂ ਪਤਾ ਇਹ ਵਾਰ ਕਿਹਨਾਂ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੁਝ ਬਹਿਰੂਪੀਏ ਸੀ ਜੋ ਵਾਰ ਕਰਕੇ ਗਏ ਨੇ। ਬਿਲਕੁਲ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੁਲਿਸ ਦੀ CID ਵੀ ਮੌਜੂਦ ਸੀ, ਇੰਟੈਲੀਜੈਂਸ ਵੀ ਮੌਜੂਦ ਸੀ, ਤਾਂ ਉਹਨਾਂ ਦੀ ਨਿਗਰਾਨੀ ਹੇਠ ਹੀ ਸਭ ਕੁਝ ਹੋਇਆ। ਫਿਰ ਮੈਨੂੰ ਇਹ ਲੱਗਦਾ, ਜੇ ਤੁਹਾਡਾ ਇਹ ਬਿਆਨ ਹੈ ਇਹਨਾਂ ਦਾ, ਫਿਰ ਮੈਨੂੰ ਇਹ ਲੱਗਦਾ ਕਿ ਉਹ ਸਰਕਾਰ ਦੇ ਛੱਡੇ ਹੋਏ ਗੁੰਡੇ ਸੀਗੇ, ਜਿਹੜਾ ਪੁਲਿਸ ਨੂੰ ਵੀ ਨਹੀਂ ਪਤਾ, CID ਨੂੰ ਵੀ ਨਹੀਂ ਪਤਾ, ਪ੍ਰਸ਼ਾਸਨ ਨੂੰ ਵੀ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ, ਤੇ ਕਿਹਦੇ ਸੀਗੇ? ਸਰਕਾਰ ਨੇ ਆਪਣੇ ਗੁੰਡੇ ਭੇਜੇ ਸੀਗੇ, ਸਿੱਧੀ ਗੱਲ। ਉਹ ਦੋਨੋਂ ਸਰਕਾਰਾਂ, ਮੈਂ ਬਾਰ-ਬਾਰ ਕਿਹਾ, RSS के 2 लाल, एक मोदी दूसरा केजरीवाल, एक ए दूजा बी, दोनों भरा, चोर मुसेरे भरा, ठीक है। ये ਉਹੀ ਹੈਗੇ ਨੇ, ਉਹਨਾਂ ਦਾ ਭਰਾ ਉੱਥੇ ਬੈਠਿਆ ਹੈ ਔਰ ਜੋ ਉਹਨਾਂ ਨਾਲ ਮਿਲ ਕੇ ਕੰਮ ਕਰਦਾ ਹੈ ਉਹਨਾਂ ਲਾਲਾਂ ਦਾ ਉਹ ਦਲਾਲ ਆ। ਤੇ ਇਹ ਚੀਜ਼ਾਂ ਹੋ ਰਹੀਆਂ ਜੋ ਅਸੀਂ ਆਪਣੀ ਅੱਖਾਂ ਤੋਂ ਦੇਖ ਪਾ ਰਹੇ ਹਾਂ। ਉਹਨਾਂ ਨੇ ਪੂਰੀ ਫੌਜ ਤਿਆਰ ਕੀਤੀ ਹੋਣੀ, ਸਾਰੇ ਸੁਣ ਲਓ, ਆਪਣੇ ਗੁੰਡੇ ਪਾਏ ਹੋਣੇ, ਉਹ ਗੁੰਡੇ ਡਕੈਤ ਇੱਥੇ ਸਾਡਾ ਭੇਸ ਹੀ ਪਾ ਕਰ ਤੁਹਾਡੇ ਵਿੱਚ ਆਣਗੇ, ਇਹੋ ਜਿਹੀਆਂ ਹਰਕਤਾਂ ਕਰਨਗੇ। ਤੇ ਕਿਹਦੀ ਜ਼ਿੰਮੇਵਾਰੀ ਬਣਦੀ ਹੈ? ਮੇਰੀ, ਤੁਹਾਡੀ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ। ਲੱਭੋ ਉਹਨਾਂ ਨੂੰ। ਸਾਡੇ ਬੱਚਿਆਂ ਦੇ ਪਰਚੇ ਕਿਉਂ ਪਾਉਂਦੇ ਹੋ? ਉਹਨਾਂ ਦੇ ਤੇ ਚਲੋ ਸੈਲਫ ਡਿਫੈਂਸ 'ਚ ਕੀਤਾ ਜੋ ਕੀਤਾ, ਉਹਨਾਂ ਦੇ ਪਰਚੇ ਕਿਉਂ ਪਾਉਂਦੇ ਹੋ? ਉਹਨਾਂ ਨੂੰ ਆਪਾਂ ਸਾਂਭ ਲਾਂਗੇ, ਤੁਸੀਂ ਆਪਣੇ ਗੁੰਡੇ ਸਾਂਭੋ। ਇੱਥੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰੋ। ਜੇ ਭਗਵੰਤ ਮਾਨ ਸਰਦਾਰ ਹੈ ਨਾ, ਆਪਣੇ ਆਪ ਨੂੰ ਸਿੰਘ ਕਹਿੰਦਾ, ਜੇ ਤੂੰ ਸਰਕਾਰਾਂ ਦਾ ਸਾਡਾ ਸਿੱਖਾਂ ਦਾ ਹਿਮਾਇਤੀ ਆ ਨਾ, ਪਰਚੇ ਲੈ ਵਾਪਸ। ਤੂੰ ਕਹਿ ਕਿ ਜੀ ਕਰੋ ਅੰਦੋਲਨ, ਮੈਂ ਵੀ ਰੈਜ਼ੋਲੂਸ਼ਨ ਪਾਸ ਕਰਦਾ ਅਸੈਂਬਲੀ 'ਚ, ਕਿਸੇ ਦੇ ਪਰਚਾ ਨਹੀਂ ਹੋਊਗਾ, ਸਾਰਿਆਂ ਦੇ ਪਰਚੇ ਵਾਪਸ ਹੋਣਗੇ, ਤੇ ਅਸੀਂ ਹੁਣ ਬਹਿਰੂਪੀਆਂ ਨੂੰ ਲੱਭਾਂਗੇ ਕਿ ਉਹ ਗੁੰਡੇ ਬਹਿਰੂਪੀਏ ਕਿਹੜੇ ਸੀਗੇ ਜੋ ਜਿਨ੍ਹਾਂ ਨੇ ਹਰਕਤ ਕੀਤੀ। ਠੀਕ ਹੈ ਨਹੀਂ, ਇੱਥੇ ਇੱਕ ਸਵਾਲ ਇਹ ਵੀ ਬਣਦਾ ਹੈ ਕਿ ਚੰਡੀਗੜ੍ਹ ਵਰਗੀ ਬਿਲਕੁਲ ਸਾਫ਼ ਤੇ ਸੋਹਣੀ ਸੜਕ ਦੇ ਉੱਤੇ ਬਜਰੀ ਵਾਲੇ ਪੱਥਰ ਕਿੱਥੋਂ ਆਉਂਦੇ ਆ? ਕਿਉਂਕਿ ਨਾਲ ਇੱਕ ਪਾਰਕ ਹੁੰਦੀ ਹੈ ਜਿਸ ਦੇ ਵਿੱਚ ਬੱਚੇ ਡੇਲੀ ਖੇਡਦੇ ਆ। ਜਿਸ ਜਗ੍ਹਾ ਦੇ ਉੱਤੇ ਛੋਟੇ ਛੋਟੇ ਬੱਚੇ ਖੇਡਦੇ ਆ, ਉਸ ਜਗ੍ਹਾ ਤੇ ਇੰਨੇ ਵੱਡੇ ਪੱਥਰ ਕਿੱਥੋਂ ਆ ਸਕਦੇ? ਉੱਥੋਂ ਹੀ ਆਉਂਦੇ ਆ। ਜਦ ਦਿੱਲੀ ਦੰਗੇ ਹੋਏ ਸੀਗੇ ਨਾ, ਤੇ ਦਿੱਲੀ ਦੰਗਿਆਂ ਵਿੱਚ ਨਾ ਕੱਚ ਦੀ ਬੋਤਲਾਂ 'ਚ ਬੰਬ ਬਣਾਏ ਹੋਏ ਸੀਗੇ, ਘਰ ਬਹਿ ਕੇ ਕਿਸੇ ਨੇ ਪੂਰੀ ਤਿਆਰੀ ਕੀਤੀ ਸੀਗੀ, ਬਰੂਦ ਬੰਬ ਬਣਾ ਕੇ। ਇਹ ਸਾਰੀਆਂ ਚੀਜ਼ਾਂ ਉੱਥੋਂ ਹੀ ਆਉਂਦੀਆਂ ਨੇ ਜਿੱਥੇ ਦਿੱਲੀ ਦੰਗਿਆਂ ਵਿੱਚ ਆਈ ਸੀ। ਔਰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਸਾਰਿਆਂ ਨੂੰ ਪਤਾ ਹੈ ਦਿੱਲੀ ਦੰਗੇ ਕਿੰਨੇ ਕਰਵਾਏ ਆ, ਦਿੱਲੀ ਦੰਗਿਆਂ 'ਚ ਕੌਣ ਇਨਵੋਲਵ ਸੀਗਾ। ਇੱਥੇ ਵੀ ਉਹੀ ਚੀਜ਼ ਹੁੰਦੀ ਹੈ। ਜਿਹੜੀਆਂ ਸੜਕਾਂ ਸਾਫ਼ ਸੁਥਰੀਆਂ ਨੇ, ਜਿਹੜੀਆਂ ਸੜਕਾਂ, ਤੇ ਇਹਦਾ ਮਤਲਬ ਇਹਨਾਂ ਦੀ ਤਿਆਰੀ ਲੰਬੀ ਸੀਗੀ, ਪਹਿਲੇ ਸੀਗੀ ਤਿਆਰੀ ਇਹਨਾਂ ਦੀ ਸੀਗੀ। ਅਸੀਂ ਤਾਂ ਇੱਥੇ ਸ਼ਾਂਤਮਈ ਤਰੀਕੇ ਨਾਲ ਕੋਈ ਪਾਠ ਕਰ ਰਿਹਾ, ਕੋਈ ਮੀਟਿੰਗ ਕਰ ਰਿਹਾ, ਕੋਈ ਆ ਕੇ ਇੱਕ ਦੂਜੇ ਦਾ ਹੌਸਲਾ ਅਫਜ਼ਾਈ ਕਰ ਰਿਹਾ। ਤੁਸੀਂ ਇੱਥੇ ਆ ਕੇ ਆਪਣੀ ਸੇਵਾਵਾਂ ਨਿਭਾ ਰਹੇ ਹੋ, ਮੀਡੀਆ ਕਵਰ ਕਰ ਰਹੇ ਹੋ। ਅਸੀਂ ਤਾਂ ਨਹੀਂ ਬਜਰੀ ਦੇ ਲੈ ਕੇ ਆਏ ਬੋਰੇ, ਤੇ ਇਹਦਾ ਮਤਲਬ ਤਿਆਰੀ ਉਹਨਾਂ ਦੀ ਸੀਗੀ। ਤੇ ਫਿਰ ਜਦ ਤੁਹਾਨੂੰ ਇਹ ਚੀਜ਼ ਪਤਾ, ਤੇ ਕਿਉਂ ਨਹੀਂ ਇਨਵੈਸਟੀਗੇਸ਼ਨ ਕਰਦੇ? ਸਾਡੇ ਬੱਚਿਆਂ ਦੇ ਪਰਚੇ ਕਰਕੇ ਤੁਸੀਂ ਸੋਚਦੇ ਹੋ ਬੱਚਿਆਂ ਦਾ ਫਿਊਚਰ ਖਰਾਬ ਕਰੋਗੇ। ਇੰਨੇ ਡਰਨ ਵਾਲੇ ਨਹੀਂ ਅਸੀਂ, ਅੱਗੇ ਪਰਚੇ ਅਸੀਂ ਨਹੀਂ ਮੰਨਦੇ, ਅਸੀਂ ਆਪੇ ਵਾਪਸ ਕਰਾ ਲਾਂਗੇ। ਔਰ ਡਰਨ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਆ। ਡਰ ਦੇ ਅੱਗੇ ਡਟ ਕੇ ਖੜੇ ਹੋ ਜਾਓ ਨਾ, ਡਰ ਤੁਹਾਡੇ ਤੋਂ ਡਰੂਗਾ। ਇਹੀ ਐਗਜ਼ਾਮਪਲ ਮੈਂ ਸਾਰਿਆਂ ਨੂੰ ਦੇਣਾ ਚਾਹੁੰਦੀ ਹਾਂ। ਔਰ ਸਾਰੀਆਂ ਬੀਬੀਆਂ ਵੀ ਸੁਣ ਲਓ, ਬਾਰ-ਬਾਰ ਮੈਂ ਲਾਸਟ ਟਾਈਮ ਵੀ ਕਿਹਾ ਸੀਗਾ, ਤੁਹਾਡਾ ਇਤਿਹਾਸ ਨਾ ਔਰ ਸਿੱਖ ਕੌਮ ਦਾ ਜਨਮ ਸਿਰਫ ਆਪਣੇ ਲਈ ਨਹੀਂ ਹੋਇਆ, ਸਿਰਫ ਆਪਣੀ ਕੌਮ ਤੇ ਆਪਣੀ ਜ਼ਮੀਨਾਂ ਲਈ ਨਹੀਂ ਹੋਇਆ। ਸਿੱਖ ਕੌਮ ਦਾ ਜਨਮ ਜੋ ਸਾਡੇ ਗੁਰੂਆਂ ਨੇ ਸਿਖਲਾਈ ਦਿੱਤੀ, ਹਰ ਉਸ ਮਜ਼ਲੂਮ ਦੀ, ਹਰ ਉਸ ਗਰੀਬ ਦੀ, ਹਰ ਉਸ ਦਬੇ ਕੁਚਲੇ ਲੋਕ ਦੀ, ਜਿਹਦੇ ਕੋਲ ਆਪਣੇ ਹੱਕ ਨਹੀਂ ਹੈਗੇ, ਉਹਨਾਂ ਲਈ ਹੋਇਆ, ਉਹਨਾਂ ਲਈ ਖੜੇ ਹੋਣ ਲਈ ਹੋਇਆ। ਜਿਹਦੇ ਕੋਲ ਆਵਾਜ਼ ਨਹੀਂ ਹੈਗੀ, ਜਿਹਦੇ ਕੋਲ ਹੱਕ ਨਹੀਂ ਹੈਗੇ, ਫਿਰ ਤੁਸੀਂ ਕਿਉਂ ਡਰਦੇ ਹੋ ਇਹਨਾਂ ਤੋਂ?
ਤੁਹਾਡਾ ਫਰਜ਼ ਬੰਦਾ, ਤੁਸੀਂ ਵਾਰੀਅਰਸ ਹੋ, ਵਾਰੀਅਰਸ ਨਹੀਂ ਹੋ। ਪਰਵਾਹ ਨਹੀਂ ਕਰਨੀ, ਵਾਰੀਅਰ ਮੈਨੇ ਡਰਨਾ ਨਹੀਂ ਹੈਗਾ। ਵਾਰੀਅਰ ਦੇ ਤਰੀਕੇ ਨਾਲ ਅੱਗੇ ਆ ਕੇ ਮਾਈ ਭਾਗੋ ਦੇ ਵੰਸ਼ਜ ਹੋ। ਉਹ ਐਗਜ਼ਾਮਪਲ ਯਾਦ ਰੱਖੋ। ਮਹਾਰਾਜਾ ਰਣਜੀਤ ਸਿੰਘ ਇਜ਼ ਅ ਪ੍ਰਾਈਡ ਆਫ ਆਰ ਕੌਮ। ਉਹਨੂੰ ਯਾਦ ਰੱਖੋ, ਅੱਗੇ ਆਓ, ਡਰ ਕੇ ਨਹੀਂ ਮਰਨਾ, ਲੜ ਕੇ ਮਰਨਾ ਮਨਜ਼ੂਰ ਹੈ। ਧੰਨਵਾਦ ਜੀ। ਇੱਕ ਚੀਜ਼ ਹੋਰ ਹੈ ਕਿ ਜਦੋਂ ਸਾਡੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਆ, ਤੁਸੀਂ ਵੀ ਸਿੱਖ ਪਰਿਵਾਰਾਂ ਤੋਂ, ਅਸੀਂ ਵੀ ਆ, ਤੇ ਉਦੋਂ ਆਪਾਂ ਬਹੁਤ ਹੀ ਪਿਆਰ ਦੇ ਨਾਲ ਪੂਰਾ ਘਰ ਜਿਹੜਾ ਧੋਨੇ ਆ, ਹਰ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ। ਤਾਂ ਹੁਣ ਜਿਹੜੇ ਸਾਡੇ ਸਿੰਘ ਹੈ, ਨਾਮ ਸਿਮਰਨ ਕਰਨ ਵਾਸਤੇ ਸਾਡਾ 31 ਸਿੰਘਾਂ ਦਾ ਜੱਥਾ ਜਾਂਦਾ ਹੈ, ਉਹਨਾਂ ਵਾਸਤੇ ਬਹੁਤ ਗੰਦੀ ਜੀ ਸੜਕ ਹੈ, ਉਹੀ ਸੜਕ ਹੈ ਜਿੱਥੇ ਗੰਦੇ ਪਾਣੀ ਦੀਆਂ ਬਛਾੜਾ ਕੀਤੀਆਂ ਗਏ ਸੀ। ਉਹਨਾਂ ਵਾਸਤੇ ਦਰੀ ਦਾ ਜਿਹੜਾ ਹੈ ਪ੍ਰਯੋਗ ਨਹੀਂ ਕਰਨ ਦਿੱਤਾ ਜਾਂਦਾ, ਜਾਂ ਕਹਿ ਲਓ ਕਿ ਹੇਠਾਂ ਬੈਠ ਕੇ ਸਿੰਘ ਜਿਹੜਾ ਹੈ ਨਾਮ ਸਿਮਰਨ ਕਰਦੇ ਆ। ਤੇ ਆਲੇ ਦੁਆਲੇ ਸਿੱਖਾਂ ਦੀ ਫੌਜ ਜਿਹੜੀ ਹੈ, ਪੁਲਿਸ ਪ੍ਰਸ਼ਾਸਨ, ਉਹਨਾਂ ਨੇ ਵੀ ਦਸਤਾਰਾਂ ਬੰਨੀਆਂ ਹੁੰਦੀਆਂ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਆਉਂਦੀ, ਜਦ ਕਿ ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਨੇ। ਗੁਲਾਮੀ ਦੇ ਅੱਗੇ ਕੁਝ ਨਹੀਂ ਹੈ ਨਾ। ਜਦ ਤੁਸੀਂ ਮਾਨਸਿਕ ਰੂਪ ਤੋਂ ਗੁਲਾਮ ਹੋ ਜਾਓ ਨਾ, ਫਿਰ ਤੁਹਾਡੇ ਕੋਲ ਕੋਈ ਆਲਟਰਨੇਟਿਵ ਹੀ ਨਹੀਂ ਹੈਗਾ। ਔਰ ਉਹਨਾਂ ਦੀ ਤੇ ਚਲੋ ਇੱਕ ਮਜਬੂਰੀ ਵੀ ਹੈ ਕਿ ਡਿਊਟੀ ਕਰਨੀ ਹੈ ਨਾ, ਤੁਸੀਂ ਡਿਊਟੀ ਕਰ ਰਹੇ ਹੋ, ਤੁਸੀਂ ਉਹਦੇ 'ਚ ਹੋ, ਬਟ ਸੋਝੀ ਤਾਂ ਬਖਸ਼ੀ ਹੈ ਨਾ ਮਹਾਰਾਜ ਨੇ। ਸਾਰਿਆਂ ਕੋਲ ਹੈਗੇ ਨਾ ਆਪਣੇ ਸੈਂਸਿਸ, ਉਹਦਾ ਇਸਤੇਮਾਲ ਕਰੋ। ਗੁਲਾਮ ਅੱਜ ਇਹ ਸਰਕਾਰ ਆ, ਕੱਲ ਕੋਈ ਹੋਰ ਆਊਗੀ, ਕੱਲ ਸਾਡੀ ਵੀ ਆਊਗੀ, ਹੈ ਨਾ। ਫਿਰ ਕਿੱਥੇ ਮੂੰਹ ਦੱਸੋਗੇ, ਫਿਰ ਕਿੱਥੇ ਭੱਜਦੇ ਫਿਰੋਗੇ। ਇਹੋ ਮਹਾਰਾਜ ਨੂੰ, ਮਾਲਿਕ ਨੂੰ ਮੂੰਹ ਦੱਸਣਾ ਨਾ, ਜਿਹੜਾ ਤੁਹਾਡੇ ਅੰਗ ਸੰਗ ਖੜਿਆ, ਸਭ ਦੇਖ ਰਿਹਾ। ਮੈਂ ਤੁਸੀਂ ਨਾਮ ਨਹੀਂ ਲਿਖਿਆ, ਉਹਨੇ ਨਾ ਸਾਰਿਆਂ ਦਾ ਨਾਮ ਲਿਖਿਆ। ਉਹਦੇ ਸੀਸੀਟੀਵੀ ਤੋਂ ਕਿੱਦਾਂ ਬਚੋਗੇ? ਇੱਕ ਸੀਸੀਟੀਵੀ ਸਾਡੇ ਨਾਲ ਨਾ 24 ਘੰਟੇ ਚੱਲਦਾ, ਉਹ ਜਿੱਥੇ ਸਾਡਾ ਸਾਰਾ, ਤੁਹਾਡਾ, ਮੇਰਾ, ਸਾਰਿਆਂ ਦਾ ਰਿਕਾਰਡ ਲਿਖਿਆ ਜਾਂਦਾ। ਇਹ ਜਿੰਨੇ ਮਰਜ਼ੀ ਪਰਚੇ ਪਾ ਲੈਣ, ਉਹਦੀ ਨਿਗਾਹ ਤੋਂ ਕਿੱਦਾਂ ਬਚੋਗੇ? ਉਹਨੇ ਸਾਰਿਆਂ ਦਾ ਲਿਖਿਆ ਹੈ। ਤੇ ਉਹਦੇ ਅੱਗੇ ਇੱਕ ਚੀਜ਼ ਸੋਚੋ ਕਿ ਤੁਸੀਂ ਜਿਹੜੀ ਗੱਲ ਕੀਤੀ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹ ਚੀਜ਼ਾਂ ਕਰਦੇ। ਇਹ ਕੌਮ ਦਾ ਮਸਲਾ, ਉਹਨਾਂ ਦੇ ਵੀ ਬੱਚਿਆਂ ਨੇ ਸਕੂਲ 'ਚ ਪੜ੍ਹਨਾ ਨਾ, ਉਹਨਾਂ ਦੇ ਬੱਚਿਆਂ ਨੇ ਅੱਗੇ ਵਧਣਾ, ਅੱਗੇ ਜਾਣਾ। ਤੇ ਹਾਂਜੀ, ਤੇ ਉਹ ਜਿਹੜੀ ਚੀਜ਼ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਸ ਚੀਜ਼ ਨੂੰ ਯਾਦ ਰੱਖ ਕੇ ਇਹ ਸੁਧਰ ਜਾਣ, ਸੰਭਲ ਜਾਣ ਤੇ ਆਪਣੇ ਕੌਮ ਦਾ ਸਾਥ ਦੇਣ। ਤੇ ਇਹ ਸੋਚਣ ਕਿ ਜੇ ਇਹ ਗੁਰੂਆਂ ਦੀ ਸਿਖਲਾਈ ਹੈ ਨਾ, ਗੁਰੂ ਤੋਂ ਉੱਪਰ ਦਾ ਸਾਡੇ ਲਈ ਕੁਝ ਨਹੀਂ ਹੈਗਾ ਨਾ, ਤੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ। ਮੈਂ ਇਹੀ ਚੀਜ਼ ਪਰਚੇ ਪਾਏ ਜਾ ਰਹੇ ਆ ਜੋ। ਤਾਂ ਆਪਾਂ ਹੁਣੇ ਗੱਲਬਾਤ ਕੀਤੀ ਹੈ ਰਿਤੂ ਸਿੰਘ ਹੋਰਾਂ ਦੇ ਨਾਲ, ਡਾਕਟਰ ਰਿਤੂ ਸਿੰਘ ਹੋਰਾਂ ਦੇ ਨਾਲ, ਜੋ ਇਸ ਮੋਰਚੇ ਦੇ ਵਿੱਚ ਪਹਿਲੇ ਹੀ ਦਿਨ ਤੋਂ ਡਟੇ ਹੋਏ ਨੇ ਤੇ ਬਿਲਕੁਲ ਮਾਈ ਭਾਗੋ ਦੀਆਂ ਵਾਰਸਾਂ ਦੇ ਵਾਂਗ ਹੀ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਸਮਰਥਨ ਹੈ ਲਗਾਤਾਰ ਹੀ ਦਿੱਤਾ ਜਾ ਰਿਹਾ। ਤਾਂ ਲਗਾਤਾਰ ਕੌਮੀ ਇਨਸਾਫ ਮੋਰਚੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਜੁੜੇ ਰਹੋ TF ਨਿਊਜ਼ ਦੇ ਨਾਲ।